हेलो डियर स्टूडेंट्स, हाउ आर यू? होप यू आर डूइंग गुड। ਅੱਜ ਅਸੀਂ ਰਿਫਰੈਕਸ਼ਨ ਚੈਪਟਰ ਦਾ ਹੀ ਨੈਕਸਟ ਟੌਪਿਕ ਕਰ ਰਹੇ ਹਾਂ, ਰੀਅਲ ਐਂਡ ਅਪਰੈਂਟ ਡੈਪਥ ਆਫ ਆ ਟੈਂਕ। ਦੇਖੋ, ਜਦੋਂ ਅਸੀਂ ਕਿਸੇ ਟੈਂਕ ਦੇ ਨਜ਼ਦੀਕ ਖੜੇ ਹੁੰਦੇ ਹਾਂ, ਕਿਸੇ ਸਵਿਮਿੰਗ ਪੂਲ ਦੇ ਨਜ਼ਦੀਕ ਖੜੇ ਹੁੰਦੇ ਹਾਂ, ਕੋਈ ਵੀ ਬੋਡੀ ਜਿਸ ਦੇ ਵਿੱਚ ਵਾਟਰ ਹੋਵੇ, ਤਾਂ ਅਸੀਂ ਉਸ ਦੀ ਸਰਫੇਸ ਨੂੰ ਦੇਖਦੇ ਹਾਂ, ਉਸ ਦੀ ਡੂੰਘਾਈ ਨੂੰ ਦੇਖਦੇ ਹਾਂ। ਉਸ ਦੀ ਜੋ ਡੈਪਥ ਸਾਨੂੰ ਨਜ਼ਰ ਆਉਂਦੀ ਹੈ ਉਹ ਹਮੇਸ਼ਾ ਹੀ ਐਕਚੁਅਲ ਡੈਪਥ ਤੋਂ ਘੱਟ ਹੁੰਦੀ ਹੈ। ਜੋ ਸਾਨੂੰ ਅਪੀਅਰ ਹੋ ਰਿਹਾ ਹੈ ਉਸ ਨੂੰ ਅਸੀਂ ਅਪਰੈਂਟ ਡੈਪਥ ਬੋਲਦੇ ਹਾਂ, ਅਤੇ ਜੋ ਉਸ ਦੀ ਐਕਚੁਅਲ ਡੈਪਥ ਹੈ ਉਹ ਰੀਅਲ ਡੈਪਥ ਹੈ। ਅਤੇ ਇੱਥੇ ਅਸੀਂ ਦੇਖਾਂਗੇ ਕਿ ਰਿਫਰੈਕਸ਼ਨ ਨਾਲ ਅਸੀਂ ਉਸ ਨੂੰ ਕਿਵੇਂ ਐਕਸਪਲੇਨ ਕਰਦੇ ਹਾਂ ਕਿ ਰੀਅਲ ਡੈਪਥ ਅਤੇ ਅਪਰੈਂਟ ਡੈਪਥ ਦੇ ਵਿੱਚ ਕੀ ਰਿਲੇਸ਼ਨ ਹੈ, ਅਤੇ ਕਿਸ ਤਰੀਕੇ ਨਾਲ ਸਾਨੂੰ ਜੋ ਅਪਰੈਂਟ ਡੈਪਥ ਹੈ ਉਹ ਰੀਅਲ ਡੈਪਥ ਤੋਂ ਘੱਟ ਨਜ਼ਰ ਆਉਂਦੀ ਹੈ। ਠੀਕ ਹੈ, ਇੱਕ ਰੇ ਡਾਇਗਰਾਮ ਫਾਰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਸੀਂ ਕੰਸੀਡਰ ਕਰ ਰਹੇ ਹਾਂ ਕਿ ਇਸ ਟੈਂਕ ਦੇ ਵਿੱਚ ਵਾਟਰ ਹੈ। ਅਸੀਂ ਇਸ ਦੇ ਬਾਟਮ ਦੇ ਉੱਪਰ ਕੋਈ ਪੁਆਇੰਟ ਅਜ਼ਿਊਮ ਕਰਦੇ ਹਾਂ, ਉਹ ਸਪੋਜ਼ ਕਰੋ ਇਹ ਆਬਜੈਕਟ ਹੈ, ਇਸ ਤੋਂ ਰੇਜ਼ ਜਾ ਰਹੀਆਂ ਅਤੇ ਅਸੀਂ ਬਾਹਰ ਖੜੇ ਦੇਖ ਰਹੇ ਹਾਂ। ਠੀਕ ਹੈ, ਤਾਂ ਰੇਜ਼ ਕਿਸ ਤਰ੍ਹਾਂ ਜਾਣਗੀਆਂ? ਤਾਂ ਇੱਕ ਰੇ ਅਸੀਂ ਨੋਰਮਲ ਸਟਰਾਈਕ ਕਰਦੇ ਹਾਂ ਪਹਿਲਾਂ। ਤਾਂ ਦੇਖੋ, ਜਿਹੜੀ ਰੇ ਨੋਰਮਲ ਜਾਏਗੀ ਉਹ ਬਿਲਕੁਲ ਸਟਰੇਟ ਕ੍ਰੋਸ ਕਰ ਜਾਏਗੀ, ਉਹ ਡੈਵੀਏਟ ਨਹੀਂ ਹੁੰਦੀ। ਦੇਖੋ, ਕੱਲ੍ਹ ਅਸੀਂ ਲਾਜ਼ ਆਫ ਰਿਫਲੈਕਸ਼ਨ ਸਮਝੇ ਸੀਗੇ, ਉਹਦੇ ਵਿੱਚ ਦੱਸਿਆ ਸੀ ਕਿ ਜੇ ਰੇ ਰੇਅਰਡ ਮੀਡੀਅਮ ਟੂ ਡੈਂਸਰ ਜਾ ਰਹੀ ਹੈ ਤਾਂ ਉਹ ਟੂਵਰਡਸ ਦਾ ਨੋਰਮਲ ਬੈਂਡ ਹੁੰਦੀ ਹੈ, ਅਤੇ ਜੇ ਡੈਂਸਰ ਟੂ ਰੇਅਰਡ ਜਾ ਰਹੀ ਹੈ ਤਾਂ ਅਵੇ ਫਰੋਮ ਦਾ ਨੋਰਮਲ ਬੈਂਡ ਹੁੰਦੀ ਹੈ। ਠੀਕ ਹੈ, ਉੱਪਰ ਏਅਰ ਹੈ, ਇਹ ਰੇਅਰਡ ਮੀਡੀਅਮ ਹੈ, ਨੀਚੇ ਵਾਟਰ ਹੈ, ਇਹ ਡੈਂਸਰ ਮੀਡੀਅਮ ਹੈ। ਤਾਂ ਅਸੀਂ ਡੈਂਸਰ ਦਾ ਰਿਫਰੈਕਟਿਵ ਇੰਡੈਕਸ ਜੋ ਹੈ N2 ਲੈ ਰਹੇ ਹਾਂ, ਜੋ ਰੇਅਰਡ ਦਾ ਰਿਫਰੈਕਟਿਵ ਇੰਡੈਕਸ ਹੈ ਜਿਸ ਤਰ੍ਹਾਂ ਏਅਰ ਦਾ ਕੱਲ੍ਹ ਲਿਆ ਸੀ ਜੀ, ਉਹ ਅਸੀਂ N1 ਲੈ ਰਹੇ ਹਾਂ। ਠੀਕ ਹੈ ਜੀ, N1 ਇਜ਼ ਦਾ ਰਿਫਰੈਕਟਿਵ ਇੰਡੈਕਸ ਆਫ ਏਅਰ। ਤਾਂ ਹੁਣ ਰੇ ਕਿਉਂਕਿ ਨੋਰਮਲ ਦੇ ਅਲੋਂਗ ਹੀ ਜਾ ਰਹੀ ਹੈ ਤਾਂ ਉਸਦਾ ਐਂਗਲ ਆਫ ਇੰਸੀਡੈਂਸ ਜ਼ੀਰੋ ਹੈ, ਅਤੇ ਜੇ ਐਂਗਲ ਆਫ ਇੰਸੀਡੈਂਸ ਜ਼ੀਰੋ ਹੋਏਗਾ ਤਾਂ ਸਨੈਲਜ਼ ਲਾਅ ਦੇ ਅਕੋਰਡਿੰਗ ਐਂਗਲ ਆਫ ਰਿਫਰੈਕਸ਼ਨ ਵੀ ਜ਼ੀਰੋ ਹੋਏਗਾ। ਤਾਂ ਜੋ ਰੇ ਨੋਰਮਲ ਸਟਰਾਈਕ ਕਰੇਗੀ ਉਹ ਸਿੱਧੀ ਪਾਸ ਕਰ ਜਾਏਗੀ, ਉਸ ਦੇ ਵਿੱਚ ਕੋਈ ਡੇਵੀਏਸ਼ਨ ਨਹੀਂ ਆਏਗੀ। ਅਤੇ ਬਹੁਤ ਇੰਪੋਰਟੈਂਟ ਹੈ ਕਿ ਜੇ ਰੇ ਨੋਰਮਲ ਸਟਰਾਈਕ ਕਰਦੀ ਹੈ ਵਾਟਰ ਦੀ ਸਰਫੇਸ 'ਤੇ ਤਾਂ ਉਸਦਾ ਐਂਗਲ ਆਫ ਇੰਸੀਡੈਂਸ ਨੋਰਮਲ ਦੇ ਨਾਲ ਜ਼ੀਰੋ ਹੋਏਗਾ, ਅਤੇ ਐਂਗਲ ਆਫ ਰਿਫਰੈਕਸ਼ਨ ਵੀ ਜ਼ੀਰੋ ਹੋਏਗਾ, ਤਾਂ ਉਹ ਰੇ ਅਨਡੇਵੀਏਟਡ ਪਾਸ ਕਰ ਜਾਏਗੀ। ਹੁਣ ਅਸੀਂ ਸੈਕਿੰਡ ਰੇ ਸਟਰਾਈਕ ਕਰਵਾਉਂਦੇ ਹਾਂ ਜੋ ਕੁਛ ਐਂਗਲ 'ਤੇ ਸਟਰਾਈਕ ਕਰਦੀ ਹੈ। ਦੇਖੋ, ਤਾਂ ਹੁਣ ਜਦੋਂ ਇਸ ਰੇ ਨੂੰ ਦੀ ਅਸੀਂ ਰਿਫਰੈਕਸ਼ਨ ਨੂੰ ਸਮਝਣਾ ਹੈ ਤਾਂ ਇੱਥੇ ਨੋਰਮਲ ਡਰਾ ਕਰਨਾ ਪਏਗਾ ਸਰਫੇਸ 'ਤੇ। ਅਤੇ ਦੇਖੋ ਜੀ, ਇਹ ਨੋਰਮਲ ਹੈ, ਤਾਂ ਹੁਣ ਇਹ ਰੇ ਜੋ ਇਸ ਦਾ ਐਕਚੁਅਲ ਪਾਥ ਹੋਣਾ ਚਾਹੀਦਾ ਸੀ, ਇਸ ਪਾਸੇ ਜਾਣਾ ਚਾਹੀਦਾ ਸੀ, ਤਾਂ ਇਹ ਅਵੇ ਫਰੋਮ ਦਾ ਨੋਰਮਲ ਬੈਂਡ ਹੋ ਜਾਏਗੀ, ਤਾਂ ਇਹ ਕੁਛ ਇਸ ਡਾਇਰੈਕਸ਼ਨ ਦੇ ਵਿੱਚ ਬੈਂਡ ਹੋ ਜਾਏਗੀ। ਕਿਉਂਕਿ ਡੈਂਸਰ ਟੂ ਰੇਅਰਡ ਮੀਡੀਅਮ ਜਾ ਰਹੀ ਹੈ ਤਾਂ ਅਸੀਂ ਕੱਲ੍ਹ ਵਾਲਾ ਰਿਜ਼ਲਟ ਯੂਜ਼ ਕਰ ਰਹੇ ਹਾਂ ਕਿ ਇਹ ਅਵੇ ਫਰੋਮ ਦਾ ਨੋਰਮਲ ਬੈਂਡ ਹੋ ਜਾਏਗੀ। ਆਫਟਰ ਦਾ ਰਿਫਰੈਕਸ਼ਨ ਇਹ ਇਸ ਸਾਈਡ 'ਤੇ ਜਾ ਰਹੀ ਹੈ, ਇਹ ਅਵੇ ਫਰੋਮ ਦਾ ਨੋਰਮਲ ਬੈਂਡ ਹੋ ਰਹੀ ਹੈ। ਇਹ ਇਸ ਦਾ ਐਂਗਲ ਆਫ ਇੰਸੀਡੈਂਸ ਹੈ, ਇਹ ਐਂਗਲ ਆਫ ਰਿਫਰੈਕਸ਼ਨ ਹੈ ਨੋਰਮਲ ਦੇ ਨਾਲ। ਤਾਂ ਜਦੋਂ ਇਹ ਦੋਨੋਂ ਰੇਜ਼ ਜਾ ਰਹੀਆਂ ਜੀ ਆਫਟਰ ਦਾ ਰਿਫਰੈਕਸ਼ਨ, ਤਾਂ ਇਹ ਡਾਈਵਰਜ ਹੋ ਰਹੀਆਂ। ਤਾਂ ਜੇ ਅਸੀਂ ਇਹਨਾਂ ਨੂੰ ਐਕਸਟਰਾਪੋਲੇਟ ਕਰਾਂਗੇ ਬੈਕ ਤਾਂ ਇਹਨਾਂ ਦੀ ਇਮੇਜ ਫਾਰਮ ਹੋਏਗੀ। ਇਸ O ਪੁਆਇੰਟ ਦੀ ਕਿਸ ਜਗ੍ਹਾ 'ਤੇ ਇਮੇਜ ਫਾਰਮ ਹੁੰਦੀ ਹੈ, ਇਸ ਨੂੰ ਅਸੀਂ ਐਕਸਟਰਾਪੋਲੇਟ ਕਰਦੇ ਹਾਂ। ਤਾਂ ਜਿਸ ਜਗ੍ਹਾ 'ਤੇ ਇਹ ਦੋਨੋਂ ਰੇਜ਼ ਮੀਟ ਕਰਦੀਆਂ ਆਫਟਰ ਐਕਸਟਰਾਪੋਲੇਟਿੰਗ, ਤਾਂ ਇਸ ਜਗ੍ਹਾ 'ਤੇ O ਪੁਆਇੰਟ ਦੀ ਇਮੇਜ ਫਾਰਮ ਹੋਏਗੀ। ਇਸ ਦਾ ਮਤਲਬ ਸਰਫੇਸ 'ਤੇ ਜੋ A ਪੁਆਇੰਟ ਇੱਥੇ ਨਜ਼ਰ ਆ ਰਿਹਾ ਉਹ ਇੱਥੇ ਨਜ਼ਰ ਆਏਗਾ, ਅਤੇ ਇਸੇ ਤਰ੍ਹਾਂ ਹੀ ਸਾਰੇ ਪੁਆਇੰਟ ਹੀ ਸਾਨੂੰ ਉੱਠੇ ਹੋਏ ਨਜ਼ਰ ਆਉਣਗੇ, ਅਤੇ ਜੋ ਇਸ ਦੀ ਸਰਫੇਸ ਇਸ ਜਗ੍ਹਾ 'ਤੇ ਹੈ ਉਹ ਇਸ ਜਗ੍ਹਾ 'ਤੇ ਦਿਖਾਈ ਦੇਵੇਗੀ। ਠੀਕ ਹੈ, ਅਸੀਂ ਸਪੋਜ਼ ਕਰਦੇ ਹਾਂ ਕਿ ਜੋ ਐਕਚੁਅਲ ਡੈਪਥ ਹੈ ਉਹ H ਹੈ, ਅਤੇ ਜੋ ਡੈਪਥ ਸਾਨੂੰ ਅਪੀਅਰ ਹੋ ਰਹੀ ਹੈ ਉਹ H ਡੈਸ਼ ਹੈ, ਜਿਸ ਜਗ੍ਹਾ 'ਤੇ ਇਮੇਜ ਫਾਰਮ ਹੋ ਰਹੀ ਹੈ। ਜੇ ਇਹ ਵਾਲਾ ਐਂਗਲ R ਹੈ ਤਾਂ ਇਹ ਵੀ ਐਂਗਲ R ਹੋਏਗਾ, ਕਿਉਂਕਿ ਦੋਨੋਂ ਲਾਈਨਸ ਪੈਰਲਲ ਹੈ, ਇਹ ਇੰਟਰਸੈਕਟ ਕਰ ਰਹੀ ਹੈ ਤਾਂ ਇਹ ਵੀ ਐਂਗਲ R ਹੋਏਗਾ। ਠੀਕ ਹੈ ਜੀ, ਜੇ ਇਹ ਵਾਲਾ ਐਂਗਲ I ਹੈ ਤਾਂ ਇਹ ਵੀ ਐਂਗਲ I ਹੋਏਗਾ। ਅਤੇ ਇਸ ਪੁਆਇੰਟ ਨੂੰ ਅਸੀਂ A ਲਿਖ ਲੈਂਦੇ ਹਾਂ ਜੀ, ਇਸ ਪੁਆਇੰਟ ਨੂੰ B ਲਿਖਦੇ ਹਾਂ। ਤਾਂ ਹੁਣ ਇਸ ਡਾਇਗਰਾਮ ਦੇ ਵਿੱਚੋਂ, ਇਸ ਟਰਾਇੰਗਲ ਦੇ ਵਿੱਚੋਂ OAB ਟਰਾਇੰਗਲ ਦੇ ਵਿੱਚੋਂ ਸਾਈਨ I ਫਾਈਂਡ ਕਰਦੇ ਹਾਂ। ਤਾਂ ਇਨ ਟਰਾਇੰਗਲ OAB ਸਾਈਨ I ਕਿਸ ਦੇ ਇਕੁਅਲ ਹੋਏਗਾ? ਸਾਈਨ I ਹੋਏਗਾ ਪਰਪੈਂਡੀਕੂਲਰ AB ਡਿਵਾਈਡਡ ਬਾਈ ਹਾਈਪੋਟਨਿਊਸ OB, ਅਤੇ ਹੋਏਗਾ ਜੀ AB ਓਵਰ OB। ਸਿਮਿਲਰਲੀ ਟਰਾਇੰਗਲ ਹੈ ਜੀ IAB, ਇਹਦੇ ਵਿੱਚੋਂ ਸਾਈਨ R ਫਾਈਂਡ ਕਰਦੇ ਹਾਂ। ਇਨ ਟਰਾਇੰਗਲ IAB ਸਾਈਨ R ਕਿਸ ਦੇ ਇਕੁਅਲ ਹੋਏਗਾ? ਸਾਈਨ R ਹੋਏਗਾ ਜੀ ਪਰਪੈਂਡੀਕੂਲਰ, ਇਸ ਦੇ ਵਿੱਚ ਪਰਪੈਂਡੀਕੂਲਰ ਹੈ AB ਓਵਰ
ਹਾਈਪੋਟਨਿਊਸ IB। ठीक है, तो ਅਸੀਂ ਰਿਫਰੈਕਟਿਵ ਇੰਡੈਕਸ ਦੇ ਵਿੱਚ ਲੈ ਕੇ ਆਉਣ ਲਈ ਇਸ ਨੂੰ ਇਸ ਦੇ ਵਿੱਚ ਸਨੈਲਸ ਲਾਅ ਲਗਾਉਣ ਲਈ sin I sin R ਕਰਦੇ ਹਾਂ। ठीक है, तो जो sin I sin R करांगे तो की हो जाएगा, वो रिफ्रैक्टिव इंडैक्स बन जाएगा ऑफ द टू पेयर ऑफ टू मीडियाज। तो sin I sin R किस दे इक्वल हो जाएगा, AB OB एंड AB IB। ठीक है, AB नाल AB कैंसिल हो जाएगा तो ये बन जाएगा जी IB OB। IB की वैल्यू साढ़े कोल नहीं है। ठीक है, इत्थे असीं छोटी जी अप्रोक्सीमेशन यूज़ करते हैं कि असीं नॉर्मल इंसीडेंस ਲਈ करते हैं। ठीक है, कि I ਨੂੰ ਅਸੀਂ ਨੀਅਰ ਦਾ ਨੋਰਮਲ ਇੱਥੇ ਪਲੇਸ ਕੀਤਾ ਹੋਇਆ ਜੀ। तो ਜਦੋਂ ਅਸੀਂ ਇੱਥੇ I ਪਲੇਸ ਕਰਕੇ ਦੇਖਦੇ ਹਾਂ ਤਾਂ ਅਸੀਂ ਇਸ ਨੂੰ ਨੋਰਮਲ ਇੰਸੀਡੈਂਸ ਕਹਿੰਦੇ ਹਾਂ। ਠੀਕ ਹੈ, ਤਾਂ ਜਦੋਂ ਅਸੀਂ ਇਸ ਦੇ ਕਲੋਜ਼ ਪਲੇਸ ਕੀਤਾ ਹੈ ਤਾਂ ਜੋ A ਤੇ B ਪੁਆਇੰਟ ਆ ਉਹ ਬਹੁਤ ਕਲੋਜ਼ ਹੋਣਗੇ। ਵੈਨ ਪੁਆਇੰਟ A ਐਂਡ B ਆਰ ਵੈਰੀ ਕਲੋਜ਼, ਜੇ ਇਹ ਪੁਆਇੰਟ ਬਹੁਤ ਕਲੋਜ਼ ਹੋਣਗੇ ਤਾਂ OB डिस्टेंस अप्रॉक्सीमेटली OA ਦੇ ਇਕੁਅਲ ਹੋਏਗਾ। OB is approximately equal to OA and IB distance is equal to IA। IB is equal to IA। ਇਹ ਦੋਨੋਂ ਵੈਲਿਊਜ਼ ਅਸੀਂ ਇਹਦੇ ਵਿੱਚ ਪੁੱਟ ਕਰ ਦਿੰਦੇ ਹਾਂ IB ਤੇ ਇਸ ਦੀਆਂ, ਤੇ ਬਣ ਜਾਏਗਾ IB ਨੂੰ ਅਸੀਂ ਪੁੱਟ ਕਰ ਦਿੰਦੇ ਹਾਂ IA ਤੇ OB ਨੂੰ ਪੁੱਟ ਕਰ ਦਿੰਦੇ ਹਾਂ OA। ठीक है, तो ये हुण साडे कोले हाइट्स दे विच जो डैप्थस है इस दियां H ते H डैश दे विच रिलेशन आ गया। डैप्थ है ना, बेटर है D नाल रिप्रजेंट करो। ठीक है, तो असीं D कर दिंदे हां जी। sin I sin R किस दे इक्वल आ जाएगा, sin I sin R ये हो जाएगा जी IA मतलब D डैश एंड OA इज D। गिव इट नंबर 1। ਹੁਣ ਅਸੀਂ ਸਨੈਲਸ ਲਾਅ ਯੂਜ਼ ਕਰਦੇ ਹਾਂ। ਦੇਖੋ ਅਸੀਂ ਕੀ ਤੁਹਾਨੂੰ ਈਜ਼ੀ ਫਾਰਮੂਲਾ ਦੱਸਿਆ ਸੀ ਕਿ ਜੋ ਰਿਫਰੈਕਟਿਵ ਇੰਡੈਕਸ ਹੈ ਉਸਨੂੰ ਉਸ ਐਂਗਲ ਦੇ ਸਾਈਨ ਨਾਲ ਮਲਟੀਪਲਾਈ ਕਰ ਦਿਓ। ਇਹ ਪ੍ਰੋਡਕਟ ਜਿਹੜੀ ਹੈ ਦੂਸਰੇ ਮੀਡੀਅਮ ਦੇ ਵਿੱਚ ਰਿਫਰੈਕਟਿਵ ਇੰਡੈਕਸ ਤੇ ਸਾਈਨ ਦੇ ਐਂਗਲ ਦੇ ਪ੍ਰੋਡਕਟ ਦੇ ਬਰਾਬਰ ਹੋਏਗੀ। ਤਾਂ ਯੂਜ਼ਿੰਗ ਸਨੈਲਸ ਲਾਅ ਤਾਂ N2 ਇੰਟੂ ਸਾਈਨ I ਇਜ਼ ਇਕੁਅਲ ਟੂ N1 ਇੰਟੂ ਸਾਈਨ R। ਠੀਕ ਹੈ, तो इसनों असीं sin I sin R दी जे रेशो दे विच लिखते हैं तो sin I sin R किस दे इक्वल हो जाएगा, N1 N2। ठीक है, N1 N2 रेयरड मीडियम का डेंसर मीडियम के विद रिस्पैक्ट टू आ रहा, बट असीं हमेशा डेंसर मीडियम का रेयरड मीडियम के विद रिस्पैक्ट टू N2 N1 लिखते होंगे हैं। ठीक है, चलो उसनों भी असीं सैट कर देंगे। तो हुण जदों असीं 1 ते 2 तो लिखते हैं फ्रॉम 1 and 2 तो की होएगा, तो D डैश D इज़ इक्वल टू N1 N2। ठीक है, और वी कैन राइट N2 N1 इज़ इक्वल टू D D डैश। N2 N1 इज़ N21 जिस तरह से कल लिखा सी डेंसर मीडियम का विद रिस्पैक्ट टू रेयरड मीडियम इज़ N21 और D डैश इज़ इक्वल टू D N21। कि जो अपरेंट डेप्थ है दैट इज़ रियल डेप्थ डिवाइडेड बाय रिफ्रैक्टिव इंडैक्स ऑफ द डेंसर मीडियम 2 विद रिस्पैक्ट टू मीडियम 1। तो ये फॉर्मूला है रियल डेप्थ ते अपरेंट डेप्थ का। तो इत्थों सानूं पता लगता है कि जो अपरेंट डेप्थ है ड्यू टू द रिफ्रैक्शन ऑफ लाइट दैट इज़ लैस दैन रियल डेप्थ। रेयरड मीडियम N की वैल्यू ग्रेटर दैन 1 होएगी तो D डैश इज़ लैस दैन D होएगा। तो अपरेंट डेप्थ ऑफ ए टैंक इज़ लैस दैन रियल डेप्थ। ਹੁਣ देखो जे असीं रिफ्रैक्टिव इंडैक्स की गल करते हैं, रिफ्रैक्टिव इंडैक्स ऑफ वाटर विद रिस्पैक्ट टू एयर, तो इसनों असीं लिख सकते हैं N वाटर विद रिस्पैक्ट टू एयर NW NA। तो इसकी वैल्यू होंदी है जी 4/3 1.33। तो रिफ्रैक्टिव इंडैक्स ऑफ ग्लास विद रिस्पैक्ट टू एयर इसनों असीं लिख सकते हैं NGA, तो इट इज़ NG NA।
तो इसकी वैल्यू होंगी है जी 3/2 मतलब 1.5। ठीक है, तो ये वैल्यूज़ गिवन होंदियां जी। तो ये वैल्यू जी ग्रेटर दैन 1 है, ये भी वैल्यू ग्रेटर दैन 1 है किसी भी डेंसर मीडियम की विद रिस्पैक्ट टू रेयरड मीडियम। तो वैल्यू जी है वो ग्रेटर दैन 1 होएगी। तो इसलिए जो अपरेंट डेप्थ है वो रियल डेप्थ तो लैस होएगी। तो नैक्सट टॉपिक है रिफ्रैक्शन थ्रू मल्टीपल रिफ्रैक्टिंग मीडिया। तो हम असी 2-3 मीडियम कंसिडर करते हैं जी, एयर है, वाटर है, ग्लास है। तो फिर जो रे है वो बाहर सेम मीडिया के विच आ रही है। तो देखो असी कंसिडर करते हैं एयर है, इसका रिफ्रैक्टिव इंडैक्स N1 है, ये वाटर है, इसका रिफ्रैक्टिव इंडैक्स N2 है, ये ग्लास है, ये N3 है, तो ये फिर एयर है, N1 है। ठीक है, ये रेयरड है, ये डेंसर है, ये उस तो भी डेंसर है। ठीक है, उस तो बाद फिर रेयरड के विच वापस आ रही है। जिस तरह असीं कल कीता सी उस तरह ही रिफ्रैक्शन करांगे कि एक रे स्ट्राइक कर रही है तो रेयरड टू डेंसर जा रही है, तो उसकी किस तरह रिफ्रैक्शन होंदी है। तो देखो जी रे इंसीडेंट कर रही है इस मीडिया ते, तो जे मीडिया चेंज ना होंदा तो इस तरह का पाथ होना चाहिए सी। हुण डेंसर मीडियम दे विच जा रही है तो ये टूवर्ड्स द नॉर्मल बैंड हो जाएगी। असीं नॉर्मल ड्रॉ करांगे, दिस इज़ नॉर्मल, तो ये टूवर्ड्स द नॉर्मल बैंड हो जाएगी। तो देखो जी टूवर्ड्स द नॉर्मल बैंड हो गई इस डायरैक्शन दे विच। हुण इत्थे फिर असीं नॉर्मल ड्रॉ करांगे तो फिर टूवर्ड्स द नॉर्मल बैंड हो जाएगी। ठीक है, इस पासे जाना चाहिए सी इसनूं जे मीडियम सेम होंदा, बट ये टूवर्ड्स द नॉर्मल बैंड हो रही है। तो जो इमरज होएगी सानूं पता है कि इमरजेंट रे जो इंसीडेंट रे दे पाथ दे पैरलल होंदी है। तो ये इमरजेंट रे है जी। हुण कल असीं ये प्रूव कर चुके हैं जो इमरजेंट रे का नॉर्मल दे नाल एंगल होंदा वो सेम एंगल होंदा जो एंगल ऑफ इंसीडेंस होंदा जी। तो एंगल ऑफ इंसीडेंस तो एंगल ऑफ इमरजेंस जो है वो सेम होणगे, आई होणगे। ठीक है, तो इस एंगल में असीं जे R1 लिखते हैं फस्ट सरफेस से जो रिफ्रैक्शन है, तो ये R1 है तो ये भी R1 होएगा। ठीक है, जे इसनों असीं R2 लिखते हैं तो ये भी R2 होएगा। ठीक है जी, स्नैल्स लॉ यूज़ करते हैं बस, तो आपां नूं सारी जिहड़ी है कहानी समझ लग जाएगी। ठीक है, एट फस्ट इंटरफेस एट एयर वाटर इंटरफेस की होएगा जी साइन I अपॉन साइन R1 इज इक्वल टू N2/N1 इज इक्वल टू N2/1। ठीक है, जे असीं सैकेंड इंटरफेस ते लगाने हैं जी इत्थे N2 ते N3 ते। ठीक है, सैकेंड इंटरफेस दे की होएगा साइन R1 अपॉन साइन R2 इज इक्वल टू N3/N2 इज इक्वल टू N3/2। गिव इट नंबर 2। देखो एट थर्ड इंटरफेस की होएगा जी साइन R2 साइन I इज इक्वल टू N1/N3 इज इक्वल टू N1/3। तो मल्टीप्लाई इक्वेशन 1, 2 एंड 3 जो मल्टीप्लाई कर देंगे तो साइन I साइन R1 मल्टीप्लाइड साइन R1 साइन R2 मल्टीप्लाइड साइन R2 साइन I इज इक्वल टू N21 मल्टीप्लाइड बाई N32 मल्टीप्लाइड बाई N13। ठीक है, ये सारा 1 बन गया, ये इज इक्वल टू 1, आ सारी वैल्यू 1 हो गई। ठीक है, इसको असीं राइट हैंड साइड पर लिख लिया। तो हुण देखो तुसीं की हो रहा जी 1 तो 2 च जा रही है, 2 तो 3 च जा रही है, 3 तो 1 च जा रही है। तो देखो जी असीं इसनूं इस तरह भी लिख सकते हैं कि N32 नूं पहलां लिख लैंदे जी N32 मल्टीप्लाइड बाई N21 तो एक इसके इक्वल हो जाएगा 1/N13। तो 1/N13 की होंदा ये हो जाएगा जी N31। जिस तरह कल असीं कीता सी कि 1/N12 इज इक्वल टू N21 तो 1/N13 इज N31। तो रे 1 तो 2 च जा रही है, 2 तो 3 च जा रही है। ठीक है, तो उन्होंने रिफ्रैक्टिव इंडैक्स इस तरीके नाल मल्टीप्लाई हो रहे हैं कि जिस तरह रे 1 तो 3 च जा रही है डायरैक्ट, तो विचों 2 का जो इफैक्ट है वो निकल रहा है। तो न्यूमेरिकल्स विच साडे लई ईजी हो जाता है कि जो इस तरह मल्टीपल मीडियाज आ जान रे फस्ट तो सैकेंड थर्ड चो फिर फस्ट जा रही होवे तो असीं जो रिफ्रैक्शन का इंडैक्स है तो फस्ट का थर्ड दे नाल डायरैक्ट यूज़ करके फाइंड कर सकते हैं। ठीक है, तो आई होप कि तुहानूं ये टॉपिक समझ लग गया होएगा। सो ऑल द बेस्ट, हैव अ नाइस डे।